जियो चक्र चिन्ह अर वर्ण जात अर पात निहिन जेह रूप रंग अर रेख पेख को कह न सकत के चल मूरत अनपौ प्रकाश अमितोज जय कोट इंद्र इंद्रान साहे साहान गणिजय तिर पवन मिही विसुर नर सुर नेत नेत बन तिरन कहत सर्वनाम कथै कवन कर्म नाम वर्णत सुमत अस कृपान खंडो खड़ग तबक तबरी आरती सैफ सरोही सहथी यह हमारे पीर तीर तुही सथी तुही तवर तरवार नाम तिहारो जो जपै भय सिंध भव पार काल तुही काली तुही तेगी अरती तुही निशानी जीत की आज तुही जगवीर खड़ग केत मैं शरण तिहारी आप हाथ दलिहु उहारी सर्व ठौर मोह सहाई दुष्ट दोख ते लिहो बचाई नमस्कार श्री खड़ग को करो सुहित चित लाय पूर्ण करो ग्रंथ है तुम ही करो सहाय कूचर शास्त्र खट पिंग गिरन चढ़ जाय अंध लखै बदरो सुनै जो काल कृपा कराय कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी। वाहेगुरु साहिब जीओ निराज छंद त्वै प्रसाद चकंत चार चंद्रका सुबंत राज सो प्रभा दवंत दुष्ट मंडली
ਸੁਭੰਤ ਰਾਜ ਸੋ ਥਲੀ ਨਿਰਾਜ ਛੰਦ ਤਵੈ ਪ੍ਰਸਾਦ ਚਕੰਤ ਚਾਰ ਚੰਦਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਹੀ ਮਹਾਨ ਉੱਤਮ ਬਾਣੀ, ਗਿਆਨ ਸਰੂਪ ਦੇ ਗਿਆਨ ਨੂੰ ਕਥਨ ਕਰਨ ਵਾਲੀ, ਜਿਸ ਦਾ ਸਿਰਲੇਖ ਆਪ ਜੀ ਨੇ ਗਿਆਨ ਪ੍ਰਬੋਧ ਗ੍ਰੰਥ ਰੱਖਿਆ ਹੈ, ਉਹ ਬਾਣੀ ਦੀ ਵਿਚਾਰ ਆਪਾਂ ਲੜੀਵਾਰ ਰੂਪ ਵਿੱਚ ਕਰਾ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਨੇ ਤਰ੍ਹਾਂ ਤਰ੍ਹਾਂ ਦੇ ਛੰਦਾਂ ਦੇ ਵਿੱਚ ਵਾਹਿਗੁਰੂ ਦੇ ਉਹ ਗਿਆਨ ਸਰੂਪ ਦਾ ਗਿਆਨ ਕਰਿਆ ਹੈ, ਗਿਆਨ ਕਥਨ ਕੀਤਾ ਵੀ ਵਾਹਿਗੁਰੂ ਐਸਾ ਹੈ, ਵਾਹਿਗੁਰੂ ਐਸਾ ਹੈ। ਕਿਤੇ ਕਹਿਣ ਲੱਗੇ ਇਹ ਵੀ ਤੂੰ ਹੈ, ਆ ਵੀ ਤੂੰ ਹੈ, ਜੰਗਲ ਰੂਪ ਵੀ, ਸ਼ਹਿਰ ਰੂਪ ਵੀ ਤੂੰ ਹੀ, ਪ੍ਰਕਾਸ਼ ਰੂਪ ਵੀ ਤੂੰ ਹੀ, ਇੱਕ ਉਕ ਵੀ ਤੂੰ ਹੀ, ਜਲਾਂ ਵਿੱਚ ਵੀ ਤੂੰ ਹੀ, ਮਾਰੂ ਥਲਾਂ ਵਿੱਚ ਵੀ ਤੂੰ ਹੀ, ਰਜੋ ਗੁਣ ਵੀ ਤੂੰ ਹੀ, ਤਮੋ ਗੁਣ ਵੀ ਤੂੰ ਹੀ, ਧਨ ਰੂਪ ਵੀ ਤੂੰ ਹੀ, ਮਨ ਵੀ ਤੂੰ ਹੀ। ਆ ਜਿਹੜੇ ਤਰ੍ਹਾਂ ਤਰ੍ਹਾਂ ਦੇ ਬਿਰਛ ਬੁਰਜੇ ਖੜੇ ਇਹ ਵੀ ਤੂੰ ਹੀ ਹੈ, ਤਰ੍ਹਾਂ ਤਰ੍ਹਾਂ ਦੇ ਜਿਹੜੇ ਪਾਣੀ ਹਨ ਧਰਤੀ ਹੇਠੇ ਵੀ ਤੂੰ ਹੀ, ਮਾਤਾ ਜਾਂ ਬੁੱਧੀ ਰੂਪ ਵੀ ਤੂੰ ਹੀ, ਮੁਕਤੀ ਰੂਪ ਤੇ ਮੁਕਤ ਕਰਨ ਵਾਲਾ ਵੀ ਤੂੰ ਹੀ, ਸੰਤੋਖ ਰੂਪ ਵੀ, ਚਿਤ ਰੂਪ ਤੇ ਚਿਤ ਵਿੱਚ ਚੇਤਨ ਰੂਪ ਵੀ ਤੂੰ ਹੀ, ਪਿਤਾ ਰੂਪ ਵੀ ਤੂੰ ਹੀ, ਪੁੱਤਰ ਰੂਪ ਵੀ ਤੂੰ ਹੀ। ਜੋ ਕੱਲ ਦੇ ਦੀਵਾਨ ਦੇ ਵਿੱਚ ਵੀ ਸਭ ਰੂਪ ਤੈਨੇ ਧਾਰਨ ਕੀਤੇ ਹੋਏ ਹੈ। ਐਸੇ ਆਪ ਦੇ ਸਵੈ ਸਰੂਪ ਨੂੰ ਤੱਕ ਕੇ ਤਾਂ ਹੋਰ ਕੀ ਹੈ ਜਿਹੜੇ ਤੇਰੇ ਆ ਸੰਸਾਰ ਦੇ ਵਿੱਚ ਪੈਦਾ ਕੀਤੇ ਹੋਏ ਹੈ, ਉਹ ਵੀ ਚਰਜ ਹੋ ਰਹੇ ਹੈ, ਕਾ ਹੋ ਰਹੇ ਹਨ। ਹੁਣ ਆਪ ਜੀ ਦੇ ਸੋਹਣੇ ਸਰੂਪ ਦੀ ਮਹਿਮਾ ਉਹਦਾ ਨਿਰਾਜ ਛੰਦ ਵਿੱਚ ਕਥਨ ਕਰ ਰਹੇ। ਨਿਰਾਜ ਛੰਦ ਜਿਹੜਾ ਉਚਾਰਨ ਕਹਿ ਰਹੇ ਹੈ ਵੀ ਤੁਹਾਡੀ ਕਿਰਪਾ ਨਾਲ ਅਸੀਂ ਕਰਦੇ ਹਾਂ। ਵੇ ਵਾਹਿਗੁਰੂ ਦੀ ਕਿਰਪਾ ਨਾਲ ਨਿਰਾਜ ਛੰਦ ਵਿੱਚ ਵਾਹਿਗੁਰੂ ਦੀ ਮਹਿਮਾ ਕੀਤੀ ਹੈ। ਉਹ ਜਿਵੇਂ ਆਪ ਜੀ ਦੇ ਮੁਖਾਰਬਿੰਦ ਰਾਹੀਂ ਇਹ ਬਾਣੀ ਰੂਪ ਵਿੱਚ ਬਚਨ ਆ ਰਹੇ, ਆਪਣੇ ਸਾਰੇ ਸ਼ਰਧਾ ਭਾਵਨਾ ਨਾਲ ਮਨ ਦੀ ਇਕਾਗਰਤਾ ਨਾਲ ਸੁਣੀਏ ਤੇ ਲਾਹਾ ਲਈਏ ਜੀ। ਚਕੰਤ ਚਾਰ ਚੰਦਰਕਾ। ਹੇ ਵਾਹਿਗੁਰੂ ਪਰਮੇਸ਼ਰ, ਆਪ ਦੀ ਚੇਤਨ ਸੱਤਾ ਰੂਪੀ ਜਿਹੜੀ ਸੁੰਦਰ ਰੋਸ਼ਨੀ ਹੈ, ਉਹ ਚਕੰਤ ਕੀਏ ਚਕਰਤ ਕਰ ਰਹੀ ਹੈ। ਸੰਸਾਰੀ ਜੀਵਾਂ ਨੂੰ ਵੀ, ਦੇਵੀ ਦੇਵਤਿਆਂ ਨੂੰ ਵੀ ਉਹ ਚਕੰਤ ਕੀਏ ਚਕਰਤ ਕਰ ਰਹੀ ਹੈ, ਚਰਜ ਕਰ ਰਹੀ, ਹੱਕਾ ਬੱਕਾ ਕਰ ਰਹੀ ਹੈ। ਚਾਰ ਨੌ ਸੁੰਦਰ ਦਾ ਹੈ, ਚੰਦਰਕਾ ਨਾ ਰੋਸ਼ਨੀ ਦਾ, ਚਾਨਣ ਦਾ ਹੈ, ਚਾਨਣੀ ਦਾ ਹੈ। ਇਹ ਆਪਦੀ ਸੁੰਦਰ ਜਿਹੜੀ ਰੋਸ਼ਨੀ ਹੈ, ਉਹ ਸੋਹਣੀ ਚਾਨਣੀ ਉਹ ਕਹਿੰਦੇ ਚਕੰਦ ਕੀਏ ਚਕਰਤ ਕਰ ਰਹੀ ਹੈ, ਹਰ ਇੱਕ ਜੀਵ ਨੂੰ ਹੈਰਾਨ ਕਰ ਰਹੀ, ਹੱਕਾ ਬੱਕਾ ਕਰ ਰਹੀ ਹੈ। ਸੁਭੰਤ ਰਾਜ ਸੋ ਪ੍ਰਭਾ। ਐਸੇ ਤਰ੍ਹਾਂ ਜਿਹੜੀ ਰਾਜ ਭਾਗ ਦੀ ਪ੍ਰਭਾ ਕੀ ਇਹ ਸੋਭਾ ਹੈ,
ਵੀ ਸੋ ਭਲੀ ਪ੍ਰਕਾਰ ਸੰਬੰਧ ਕੀਏ ਸੋ ਵਧੀਏ। ਆਪ ਜੀ ਦੀ ਰਾਜ ਭਾਗ ਦੀ ਜਿਹੜੀ ਸੋਭਾ ਹੈ ਉਹ ਭਲੀ ਪ੍ਰਕਾਰ ਹੈ, ਚੰਗੀ ਤਰ੍ਹਾਂ ਹਰ ਪਾਸੇ ਹੀ ਸੋਭ ਰਹੀ ਹੈ। ਦਿਵੰਤ ਦੁਸ਼ਟ ਮੰਡਲੀ ਉਹ ਰਾਜ ਭਾਗ ਦੀ ਸੋਭਾ ਨੂੰ ਦੇਖ ਦੇਖ ਕੇ ਦੁਸ਼ਟਾਂ ਦੀ ਜਿਹੜੀ ਮੰਡਲੀ ਹੈ, ਦੁਸ਼ਟਾਂ ਦੀ ਚੌਕੜੀ ਹੈ, ਦੁਸ਼ਟਾਂ ਦੀ ਸਭਾ ਹੈ, ਜਿੱਥੇ ਉਹ ਦੁਸ਼ਟ ਇਕੱਠੇ ਹੋਏ ਹੈ, ਉਹ ਕਹਿੰਦੇ ਦਬਦੇ ਹੈ। ਆਪ ਜੀ ਦੇ ਰਾਜ ਭਾਗ ਦੀ ਸੋਭਾ ਨੂੰ ਦੇਖ ਕੇ ਜਿਹੜੇ ਦੁਸ਼ਟਾਂ ਦੀ ਮੰਡਲੀ, ਦੁਸ਼ਟ ਚੌਕੜੀ ਹੈ, ਉਹ ਦਬਦੀ ਹੈ, ਦਬਾ ਖਾਂਦੀ ਹੈ। ਸੁਭੰਤ ਰਾਜ ਸੋਥਲੀ ਤੇ ਆਪ ਜੀ ਦੀ ਰਾਜ ਸੁਥਲੀ ਜਿਹੜੀ ਰਾਜਧਾਨੀ ਹੈ, ਉਹ ਵੀ ਬਹੁਤ ਸੁਭੰਤ ਕੀਏ ਸੋਭਦੀ ਹੈ। ਚਲੰਤ ਚੰਡ ਮੰਡਕਾ ਤੇ ਆਪ ਜੀ ਦਾ ਜਿਹੜਾ ਚੰਡ ਕੀਏ ਤੇਜ ਪ੍ਰਤਾਪ ਦਾ ਮੰਡਲ ਹੈ, ਝੁੰਡ ਹੈ, ਉਹ ਹਰ ਪਾਸੇ ਹੀ ਚੱਲਦਾ ਹੈ। ਹਰ ਪਾਸੇ ਆਪ ਜੀ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਬੇਅੰਤ ਬੇਅੰਤੀ ਫੈਲ ਰਿਹਾ ਹੈ। ਅਖੰਡ ਖੰਡ ਦੋ ਪਲਾ ਉਹ ਐਸਾ ਜਿਹੜਾ ਤੇਜ ਪ੍ਰਤਾਪ ਦਾ ਮੰਡਲ ਹੈ, ਝੁੰਡ ਹੈ, ਚੱਲਦਾ ਹੋਇਆ, ਦੇਖ ਦੇਖ ਕੇ ਜਿਹੜੇ ਅਖੰਡ ਨਹੀਂ ਖੰਡੇ ਜਾਣ ਵਾਲੇ ਦੁਸ਼ਟ ਹਨ, ਉਹਨਾਂ ਨੂੰ ਦੋ ਪਲਾਂ ਵਿੱਚ ਹੀ ਉਹ ਖੰਡ ਕੇ ਟੁੱਟੇ ਕਰ ਦਿੰਦਾ ਹੈ। ਉਹ ਆਪ ਦਾ ਜਿਹੜਾ ਤੇਜ ਪ੍ਰਤਾਪ ਐਸਾ ਚੱਲਦਾ ਹਰ ਪਾਸੇ, ਇਹ ਉਹ ਜਿਹੜੇ ਨਹੀਂ ਖੰਡੇ ਜਾਣ ਵਾਲੇ, ਉਹਨਾਂ ਨੂੰ ਪਲਾਂ ਦੇ ਵਿੱਚ ਹੀ ਦੋ ਖੰਡ ਕਰ ਦਿੰਦਾ, ਦੋ ਟੁੱਟੇ ਕਰ ਰਿਹਾ ਹੈ। ਖਿਵੰਤ ਬਿਜ ਜਵਾਲਕਾ ਤੇ ਆਪ ਦੀ ਜਿਹੜੀ ਚੇਤਨ ਸੱਤਾ ਰੂਪੀ ਜਵਾਲ ਕੀ ਲਾਟ ਹੈ, ਉਹ ਲਾਟ ਉੱਚੀ ਹੁੰਦੀ। ਇਸ ਤਰ੍ਹਾਂ ਜਿਹੜੀ ਆਪ ਜੀ ਦੀ ਚੇਤਨ ਸੱਤਾ ਰੂਪ ਲਾਟ ਉੱਚੀ ਹੈ, ਮਹਾਨ ਹੈ। ਉਹ ਬਿਜ ਬਿਜ ਕੇ ਬਿਜਲੀ ਵਾਂਗੂ ਖਿਵੰਤ ਕੀਏ ਲਿਸ਼ਕਦੀ ਹੈ, ਲਿਸ਼ਕਾਰੇ ਮਾਰਦੀ ਹਰ ਪਾਸੇ। ਅਨੰਤ ਗਦ ਬਿਦਸਾ ਅਨੰਤ ਗਦ ਬਿਦਸਾ ਵੀਰਾ ਗਦ ਕੀ ਜਿਹੜਾ ਸ਼ਬਦ ਹੈ ਅਵਾਜਾ ਹੈ, ਉਹ ਬਿਦਸਾ ਯਾਨੀ ਚਾਰੇ ਤਰਫੀ ਹਰ ਤਰਫੀ ਉਹ ਅਨੰਤ ਕੀਏ ਬੇਅੰਤ ਬੇਅੰਤ ਹੋ ਰਿਹਾ ਹੈ। ਲਸੰਤ ਭਾਵ ਉਜਲੰ ਤੇ ਆਪ ਦਾ ਜਿਹੜਾ ਉਜਲ ਭਾਵ ਹੈ ਉਹ ਐਸਾ ਲਸੰਤ ਕੀਏ ਲਿਸ਼ਕਦਾ ਹੈ, ਇਸ ਤਰ੍ਹਾਂ ਦਾ ਉਜਲ ਭਾਵ ਲਿਸ਼ਕਾਰੇ ਮਾਰਦਾ ਹੈ। ਦਲੰਤ ਦੁਖ ਦੁੰਦਲੰ ਜਿਹੜੇ ਜਨਮ ਮਰਨ ਦੇ ਦੋ ਦੁੱਖਾਂ ਦੇ ਦਲ ਹੈ, ਉਹਨਾਂ ਨੂੰ ਦਲਦਾ ਜਾਂਦਾ, ਦਲੀ ਜਾਂਦਾ ਹੈ। ਜਨਮ ਦਾ ਵੀ ਜਿਹੜਾ ਦੁੱਖ ਹੈ ਇੱਕ ਦਲ ਹੈ, ਤੇ ਜਿਹੜਾ ਮਰਨ ਦਾ ਹੈ ਇਹ ਵੀ ਇੱਕ ਬਹੁਤ ਵੱਡਾ ਦਲ ਹੈ ਦੁੱਖ। ਇਹ ਦੋਹਾਂ ਜਨਮ ਮਰਨ ਦੇ ਦੁੱਖਾਂ ਦੋਹਾਂ ਦਲਾਂ ਨੂੰ ਦਲਦਾ ਹੈ। ਆਪਦਾ ਜਿਹੜਾ ਉਜਲ ਭਾਵ ਹੈ ਲਿਸ਼ਾ ਸ਼ਿਕਾਰੇ ਮਾਰਦਾ, ਜਿੱਧਰ ਉਹਦੀ ਲਿਸ਼ਕ ਪੈਂਦੀ ਹੈ ਇਹ ਜਨਮ ਮਰਨ ਦੇ ਦੋਹਾਂ ਦੁੱਖਾਂ ਰੂਪ ਦਲਾਂ ਨੂੰ ਦਲਦਾ ਜਾਂਦਾ ਹੈ, ਨਾਸ ਕਰਦਾ ਜਾਂਦਾ ਹੈ, ਮਲੀਆ ਮੇਟ ਕਰਦਾ ਹੈ। ਕਿਉਂਕਿ ਜਿਹੜਾ ਮਰਨ ਦਾ ਦੁੱਖ ਉਹ ਧਾਰਮਿਕ ਪਾਠਕਾਂ ਵਿੱਚ, ਆਤਮ ਪੁਰਾਣ ਵਿੱਚ, ਗਰੜ ਪੁਰਾਣ ਵਿੱਚ ਬਹੁਤ ਹੀ ਭਿਆਨਕ ਦੁੱਖ ਲਿਖਿਆ, ਸਹਿ ਦੁੱਖ ਲਿਖਿਆ ਹੈ। ਉਹ ਕਿਸੇ ਮਹਾਤਮਾ ਤੋਂ ਜਿਹੜਾ ਜੀਵਨ ਮੁਕਤੀ ਹੋ ਚੁੱਕਿਆ ਸੀ, ਉਹਦੇ ਪਾਸੋਂ ਜਿਹੜੇ ਉਹਨਾਂ ਦੇ ਸ਼ਰਧਾਲੂ ਸੀ ਉਹ ਕਹਿਣ ਲੱਗੇ, ਮਹਾਰਾਜ ਵੀ ਸੁਣਿਆ ਜਦੋਂ ਮਰਨ ਦਾ ਸਮਾਂ ਆਉਂਦਾ ਉਦੋਂ ਬੜਾ ਦੁੱਖ ਹੁੰਦਾ ਹੈ ਮੌਤ ਦਾ। ਉਹ ਫਰੀਦ ਜੀ ਨੇ ਵੀ ਕਿਹਾ, ਹੱਡ ਜਿੰਦ ਨਮਾਣੀ ਕੱਢ ਗਿਆ, ਹੱਡਾਂ ਕੂਕੜ ਕਾਏ।
ਵੀ ਅੰਦਾਂ ਨੂੰ ਕੜਕਾ ਕੇ ਜਿਹੜੀ ਨਿਮਾਣੀ ਜਿੰਦ ਨੂੰ ਬਾਹਰ ਕੱਢਿਆ ਜਾਂਦਾ ਹੈ, ਕਿਉਂਕਿ ਇਹ ਰੋਮ ਵਿੱਚ ਜਿਹੜੀ ਹੈ ਜਿੰਦ ਰਚੀ ਮਿਚੀ ਪਈ ਹੁੰਦੀ ਹੈ। ਉਦੋਂ ਫਿਰ ਜਦੋਂ ਕੱਢਦੇ ਹੋ ਬਹੁਤ ਦੁੱਖ ਹੁੰਦਾ ਹੈ। ਕਹਿਣ ਲੱਗੇ ਮਹਾਰਾਜ ਵੀ ਤੁਸੀਂ ਤਾਂ ਹੁਣ ਮੌਜ ਨਾਲ ਬੈਠੇ ਹੋ ਤੇ ਹੈ ਮੌਤ ਦਾ ਦੁੱਖ। ਕਹਿੰਦੇ ਹੈ ਤਾਂ ਅਸਹਿ, ਪਰ ਸਾਨੂੰ ਕੋਈ ਇਹਦੇ ਤੋਂ ਅਸਰ ਨਹੀਂ ਹੈ, ਕਿਉਂਕਿ ਜਿਹੜਾ ਪਰਮੇਸ਼ਰ ਦਾ ਭਜਨ ਸਿਮਰਨ ਕਰਦਾ ਉਹਦੀ ਜਿਹੜੀ ਅਵਸਥਾ ਐਸੀ ਉੱਚੀ ਹੋ ਜਾਂਦੀ ਹੈ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਪਰਮ ਪ੍ਰਕਾਸ਼। ਜਿੱਥੇ ਵਿਆਪਕ ਸਰੂਪ ਦਾ ਸਾਰੇ ਰੰਗ ਰਹੇ ਦਾ ਪ੍ਰਕਾਸ਼ ਹੈ, ਗਿਆਨ ਹੈ, ਉੱਥੇ ਉਹ ਦੁੱਖ ਨਹੀਂ ਹੁੰਦਾ ਹੈ। ਕਹਿਣ ਲੱਗੇ ਸਾਨੂੰ ਤਾਂ ਕੋਈ ਨਹੀਂ ਹੈ, ਪਰ ਜੇ ਸੁਖਲਿਆ ਸਮਝਣਾ ਹੈ ਨਾ ਤੇ ਤੁਹਾਨੂੰ ਦੱਸਦੇ ਆ ਵੀ ਜਿਵੇਂ ਕੋਈ ਕੰਡਿਆਂ ਵਾਲਾ ਛਾਪਾ ਜਿਹਾ ਲੈ ਕੇ ਮੂੰਹ ਥਾਣੀ ਪਾ ਕੇ ਕੰਡਿਆਂ ਦਾ ਛਾਪਾ ਤੇ ਪਿੱਠ ਪਿੱਛੇ ਹੇਠਾਂ ਤਬਲਾ ਵਾਜਾਂ ਦੇ ਰਾਹੀਂ ਕੱਢੇ, ਏਦਾਂ ਵੱਧ ਮੌਤ ਦਾ ਦੁੱਖ ਹੈ। ਇਸ ਕਰਕੇ ਇੱਥੇ ਕਹਿੰਦੇ ਜਿਹੜੇ ਜਨਮ ਮਰਨ ਦੇ ਦੋਵੇਂ ਦੁੱਖ ਹੈ, ਇਹਨਾਂ ਦਲਾਂ ਨੂੰ ਕਹਿੰਦੇ ਇਹ ਦਲ ਆਪ ਜੀ ਦਾ ਉਜਲ ਭਾਵ ਭਵੰਗ ਪਾਤ ਸੋਹੀਅੰ। ਜਦੋਂ ਸਰਗਣ ਸਰੂਪ ਦੇ ਕੋਲ ਸਰੂਪ ਦੇ ਵਿੱਚ ਆਪ ਕਹਿੰਦੇ ਇਸ ਤਰ੍ਹਾਂ ਪਾਤਸ਼ਾਹ ਵਾਂਗ ਸੋਚਦੇ ਆ, ਫਿਰ ਜਿਵੇਂ ਉਹ ਰਾਜਾ ਮਹਾਰਾਜਾ ਕੋਲੇ ਪਾਤਸ਼ਾਹ ਕੋਲੇ ਫਿਰ ਘੋੜਿਆਂ ਦੀਆਂ ਫੌਜਾਂ ਹੁੰਦੀਆਂ ਹਨ, ਇਹਨੇ ਸਰਗਣ ਰੂਪ ਦੇ ਅਵਤਾਰ ਰੂਪ ਵਿੱਚ ਆਪ ਜੀ ਦੇ ਕੋਲ ਜਿਹੜੇ ਘੋੜਿਆਂ ਦੀਆਂ ਕਤਾਰਾਂ ਹੈ ਉਹ ਸੌਂਦੀਆਂ ਹਨ, ਸਜਦੀਆਂ ਹਨ। ਸਮੁੰਦਰ ਬਾਜ ਲੋਹੀਆਂ। ਉਹਨਾਂ ਘੋੜਿਆਂ ਦੀਆਂ ਕਤਾਰਾਂ ਨੂੰ ਦੇਖ ਕੇ ਜਿਹੜਾ ਸਮੁੰਦਰ ਦੇ ਵਿੱਚੋਂ ਬਾਜ ਕੀ ਘੋੜਾ ਨਿਕਲਿਆ, ਉਹ ਚ ਸਰਵਾ ਘੋੜਾ ਨਿਕਲਿਆ ਹੈ। ਕਹਿੰਦੇ ਉਹ ਦੇਖ ਕੇ ਲੋਹੀਓਂ ਕੀ ਲੋਹਾ ਲਾਖਾ ਹੁੰਦਾ, ਉਹ ਬੜਾ ਕ੍ਰੋਧਵਾਨ ਹੁੰਦਾ ਹੈ। ਉੱਚ ਸਰਵਾ ਨਿਨੰਦ ਗੇਦ ਬਿਦਰਿਯੰ। ਨਿਨੰਦ ਗੇਦ ਬ੍ਰਿਧਿਯੰ। ਇਸ ਤਰ੍ਹਾਂ ਆਪ ਜੀ ਦੀ ਕਹਿੰਦੇ ਆ ਜਿਹੜੀ ਧਰਤੀ ਰੂਪੀ ਗੇਂਦ ਹੈ, ਕਹਿੰਦੇ ਕਿ ਬਹੁਤੀਆਂ ਇਹ ਨਨੰਦ ਹੈ, ਨਿੰਦਣ ਤੋਂ ਰਹਿਤ ਉਸਤੀ ਕਰਨ ਯੋਗ ਹੈ। ਬ੍ਰਹਮੰਡ ਰੂਪੀ ਜਿਹੜਾ ਗਿੰਦਾ ਬ੍ਰੰਦ ਕੀ ਬ੍ਰਿਧਿਆਂ ਕੀ ਬਹੁਤੀਆਂ ਹੀ ਆਨੰਦ ਹਨ, ਨਿੰਦਣ ਤੋਂ ਰਹਿਤ ਪਾਉਸਤੀ ਕਰਨ ਯੋਗ ਹਨ। ਅਖੇਦ ਨਾਦ ਦੋਤਰੰ। ਇਸੇ ਤਰ੍ਹਾਂ ਖੇਦ ਨਾਦ ਦੋਤਰੰ, ਦੋਹੀਂ ਤਰਫੀ ਦੁੱਖਾਂ ਤੋਂ ਰਹਿਤ ਕਰਨ ਵਾਲਾ ਆਪ ਜੀ ਦਾ ਜਿਹੜਾ ਨਾਦ ਹੈ, ਸ਼ਬਦ ਹੈ, ਉਹ ਹਰ ਪਾਸੇ ਹੋ ਰਿਹਾ ਹੈ। ਠੱਟ ਬਟ ਬਕਟੰ ਬਟਕੰ। ਫਿਰ ਆਪ ਐਸੇ ਬਲੀ ਐਸੇ ਸਮਰੱਥ ਮਹਾਰਾਜ, ਠੱਟ ਬਟ ਬਟਕੰ, ਜਿਹੜੀ ਨਹੀਂ ਠੱਠੀ ਜਾਣੀ, ਨਹੀਂ ਬਣਾਈ ਜਾਣ ਵਾਲੀ। ਬਟਕੂ ਨੂੰ ਗੋਲੀ ਦਾ ਹੁੰਦਾ ਵੀ ਆ ਜਿਹੜਾ ਧਰਤੀ ਰੂਪ ਗੋਲੀ ਹੈ, ਬ੍ਰਹਮੰਡ ਰੂਪੀ ਗੋਲੀ, ਇਹਨੂੰ ਹਰ ਇੱਕ ਥੋੜ੍ਹਾ ਵੱਟ ਸਕਦਾ ਹੈ। ਆ ਗੋਲ ਮੋਲ ਜੀ ਜਿਹੜੀ ਧਰਤੀ ਹੈ, ਜਿਵੇਂ ਉਹ ਗੋਲੀ ਵੱਟੀ ਹੁੰਦੀ, ਕਹਿੰਦੇ ਜਿਹੜੀ ਨਹੀਂ ਠੱਠੀ ਜਾਣ, ਨਹੀਂ ਬਣਾਉਣ ਵਾਲੀ ਗੋਲੀ ਧਰਤੀ ਹੈ, ਇਹਨੂੰ ਤੁਸੀਂ ਵੱਟਣ ਵਾਲਿਆਂ ਨੂੰ ਬਣਾਉਣ ਵਾਲੇ ਹੋ। ਘਟ ਅਨਟ ਸੋਖਲੰ। ਤੇ ਆਪ ਜੀ ਦਾ ਜਿਹੜਾ ਘਟ ਘਟਣ ਤੋਂ ਰਹਿਤ ਹੈ, ਉਹ ਜਿਹੜਾ ਸੁਖਲੋਂ ਕੀ ਸੁਖ ਹੈ, ਉਹ ਅਨਟ ਕੀਏ ਪੂਰਨ ਹੈ। ਅਖੁੱਟ ਟੁੱਟ ਦ੍ਰਿਬਕੰ। ਤੇ ਆਪ ਜੀ ਦਾ ਜਿਹੜਾ ਪ੍ਰਤੱਖ ਧਨ ਉਹ ਵੀ, ਤੇ ਨਾਮ ਰੂਪੀ ਜਿਹੜਾ ਦ੍ਰਿਬਕੀ ਹੈ ਧਨ ਹੈ, ਉਹ ਵੀ ਅਖੁੱਟ ਨਾ ਮੁੱਕਣ ਵਾਲਾ ਹੈ, ਤੇ ਨਾ ਉਹ
ਟੁੱਟਣ ਵਾਲਾ ਨਾ ਉਹਦੇ ਵਿੱਚ ਧੋਟ ਆਉਣ ਵਾਲਾ ਹੈ। ਅਜੁੱਟ ਛੁੱਟ ਸ਼ੁਸ਼ਕੰ ਤੇ ਆਪ ਨਾ ਜੁੜਨ ਵਾਲੇ, ਕਿਸੇ ਨਾਲ ਜੁੜੇ ਹੋਏ ਨਹੀਂ ਹੈ। ਫਿਰ ਆਪ ਛੁੱਟੇ ਹੋਏ ਆਜ਼ਾਦ ਹੋ। ਸ਼ੁਸ਼ਕੋ ਕੀ ਸੁਤੰਤਰ ਹੋ, ਆਜ਼ਾਦ ਵੀ ਹੋ ਤੇ ਸੁਤੰਤਰ ਵੀ ਹੋ। ਕਈ ਵਾਰੀ ਮਨੁੱਖ ਕਹਿੰਦਾ ਤਾਂ ਹੈ ਵੀ ਮੈਂ ਆਜ਼ਾਦ ਹਾਂ, ਪਰ ਉਹ ਆਜ਼ਾਦ ਸੁਤੰਤਰ ਨਹੀਂ ਹੁੰਦਾ। ਹੁਣ ਅਸੀਂ ਕਹੀਏ ਅਸੀਂ ਜੀ ਸੁਤੰਤਰ ਹਾਂ, ਮੌਤ ਤੋਂ ਭਲਾ ਅਸੀਂ ਸੁਤੰਤਰ ਹੈਗੇ ਹਾਂ। ਤਾਪ ਬੁਖਾਰ ਤਰ੍ਹਾਂ ਤਰ੍ਹਾਂ ਦੇ ਰੋਗ ਕਿਥੋਂ ਆਜ਼ਾਦ ਸੁਤੰਤਰ ਹੈਗੇ ਹਾਂ। ਬਾਕੀ ਜਿਹੜੇ ਕੋਈ ਦੁਸ਼ਮਣ ਸਾਡੇ ਉਹਨਾਂ ਤੋਂ ਆਜ਼ਾਦ ਸੁਤੰਤਰ ਹੈਗੇ ਆ। ਉਹ ਐਵੇਂ ਕਹੀ ਜਾਂਦੇ ਅਸੀਂ ਸੁਤੰਤਰ ਆਜ਼ਾਦ ਹਾਂ ਜੀ। 100 ਹੈ, 100 ਦੇ ਅਧੀਨ ਹੈ, 100 ਪਾਸੇ ਦਾ ਡਰ ਹੈ। ਤਾਂ ਇਸ ਤਰ੍ਹਾਂ ਹਮਾਰਾ ਆਪ ਨਾ ਜੁੜੇ ਨਾ ਜੁੜਨ ਵਾਲੇ ਹੋ ਤੇ ਛੁੱਟ ਸੁਸ਼ਕੋ ਆਜ਼ਾਦ ਤੇ ਬੇਅੰਤੀ ਸੁਸ਼ਕੋ ਪਵਿੱਤਰ ਜਾਂ ਸੁਤੰਤਰ ਹੋ। ਅਘੁੱਟ ਟੁੱਟ ਆਸਨੰ ਤੇ ਨਾ ਘਟਣ ਵਾਲਾ ਨਾ ਟੁੱਟਣ ਵਾਲਾ ਆਪ ਜੀ ਦਾ ਸਰੂਪ ਰੂਪੀ ਆਸਣ ਹੈ। ਅਲੇਖ ਅਭੇਖ ਅਨਾਸਨੰ ਇਹ ਪਰਮੇਸ਼ਰ ਆਪ ਲੇਖੇ ਤੋਂ ਰਹਿਤ, ਭੇਖਾਂ ਤੋਂ ਰਹਿਤ ਤੇ ਅਨ ਆਸਨ ਭੋਜਨ ਛਕਣ ਤੋਂ ਰਹਿਤ ਹੋ। ਜਾਂ ਇਸੇ ਤਰ੍ਹਾਂ ਅਨ ਆਸਨ ਤਰ੍ਹਾਂ ਤਰ੍ਹਾਂ ਦੇ ਜਿਹੜੇ 84 ਲੱਖ ਜੀਵਾਂ ਦੇ ਆਸਣ ਹਨ, ਇਹ ਵੱਖਰੋ ਵੱਖਰੇ ਢੰਗਾਂ ਨਾਲ ਬੈਠਦੇ। ਇਹਨਾਂ ਆਸਨਾਂ ਤੋਂ ਵੀ ਤੁਸੀਂ ਰਹਿਤ ਹੋ ਜੀ, ਭੋਜਨ ਤੋਂ ਵੀ ਰਹਿਤ ਹੋ। ਸੁਭੰਤ ਦੰਤ ਪਦਕੰ ਸੁਭੰਤ ਦੰਤ ਪਦਕੰ ਆਪ ਜੀ ਦੇ ਦੰਤ ਕੀ ਜਿਹੜੇ ਦੰਦ ਹੈ ਉਹ ਪਦਕੰ ਮੁੱਖ ਪਾਠ ਹੈ। ਭਾਵੇਂ ਅਕਾਨ ਸਿੰਘ ਨਾਭਾ ਨੇ ਇਹਨੂੰ ਗਲਤ ਪਾਠ ਲਿਖਿਆ ਵੀ ਇਹ ਅਸ਼ੁੱਧ ਪਾਠ ਹੈ, ਪਰ ਸੰਪਰਦਾ ਵਿੱਚ ਇਹਨੂੰ ਸ਼ੁੱਧ ਮੰਨਿਆ ਜਾਂਦਾ ਹੈ। ਪਦਕੰ ਨਾ ਹੀਰੇ ਦਾ ਹੁੰਦਾ ਹੈ। ਇਹ ਹੀਰੇ ਵਾਂਗ ਆਪ ਜੀ ਦੇ ਜਿਹੜੇ ਦੰਦ ਹੈ ਸ਼ੋਭਦੇ। ਦੂਜਾ ਸੁਭੰਤ ਦੰਤ ਪਦਕੰ ਪੰਗਤੰ ਪਾਠ ਦੂਜਾ ਕੀਤਾ। ਆਪ ਜੀ ਦੀ ਜਿਹੜੇ ਦੰਦ ਹੈ ਉਹਦੀਆਂ ਪੰਗਤਾਂ ਦੰਦਵੀੜ ਕਤਾਰ ਬਹੁਤ ਸੋਹਣੀ ਸ਼ੋਭਦੀ ਹੈ। ਜਲੰਤ ਸਾਮ ਸੋ ਘਟੰ ਤੇ ਆਪ ਜੀ ਦੇ ਸਰੂਪ ਨੂੰ, ਸਾਵਲ ਸਰੂਪ ਨੂੰ ਦੇਖ ਕੇ ਤਾਂ ਜਿਹੜੀਆਂ ਉਹ ਸਾਮ ਦਾ ਅਰਥ ਕਾਲਾ ਹੁੰਦਾ ਹੈ, ਇਸ ਤਰ੍ਹਾਂ ਆਪ ਜੀ ਦਾ ਸਾਮਲ ਸਰੂਪ ਸ਼ਿਆਮ ਸਰੂਪ ਦੇਖ ਕੇ ਸ਼ਿਆਮ ਜਿਹੜੀਆਂ ਕਹਿੰਦੇ ਕਾਲੀਆਂ ਘਟਾਂ ਹਨ ਉਹ ਵੀ ਕਿ ਸੜਦੀਆਂ ਹਨ, ਮੱਚਦੀਆਂ ਹਨ ਵੀ। ਇਹੋ ਜਿਹਾ ਵਾਹਿਗੁਰੂ ਦਾ ਸਾਮਲ ਸਰੂਪ ਹੈ, ਇਹੋ ਜਿਹੇ ਅਸੀਂ ਨਹੀਂ ਹਾਂ। ਸੁਬੰਤ ਸ਼ੁਦਰ ਘੰਟਕਾ ਇਹ ਆਪ ਜੀ ਦੇ ਲੱਕ ਨਾਲ ਜਿਹੜੀ ਕੋਈ ਉਹ ਤਰਾਗੀ ਬਣੀ ਹੋਈ, ਉਹਦੇ ਵਿੱਚ ਜਿਹੜੀਆਂ ਸ਼ੁਦਰ ਕੀ ਛੋਟੀਆਂ ਛੋਟੀਆਂ ਘੰਟਕਾ ਕੀ ਘੁੰਗਰੀਆਂ ਜਿਹੀਆਂ ਪਈਆਂ, ਉਹ ਛੋਟੇ ਛੋਟੇ ਜਿਹੜੇ ਉਹ ਘੁੰਗਰੂ ਜੇ ਪਾਏ ਉਹਨਾਂ ਨੂੰ ਘੁੰਗਰੀਆਂ ਕਹਿੰਦੇ ਆ, ਛੋਟੀਆਂ ਘੁੰਗਰੀਆਂ। ਉਹ ਬੜੀਆਂ ਸੋਹਣੀਆਂ ਸਰਗੁਣ ਰੂਪ ਦੇ ਵਿੱਚ ਪਾਈਆਂ ਹੋਈਆਂ। ਜਲੰਤ ਭਾਰ ਕਛਟਾ ਜਲੰਤ ਭਾਰ ਕਛਟਾ ਇਸ ਤਰ੍ਹਾਂ ਭਾਨੋ ਉਹ ਸੋਭਾ ਦਾ ਹੁੰਦਾ ਇਹ ਰੱਖੋ ਤੋਂ ਸੂਰਜ ਹੈ, ਛਟਾ ਨੂੰ ਕਿਰਨਾਂ ਦਾ ਹੈ। ਕਹਿੰਦੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੈ ਉਹ ਵੀ ਜਲੰਤ ਕੀ ਸੜਦੀਆਂ ਹਨ। ਆਪ ਜੀ ਦੀ ਜਿਹੜੀ ਸਰਗੁਣ ਰੂਪ ਦੇ ਵਿੱਚ ਲੱਕ ਨਾਲ ਉਹ ਤਲਾਗੀ ਜੀ ਬਣੀ, ਉਹਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੜੀਆਂ ਘੁੰਗਰੀਆਂ ਜਿਹੀਆਂ ਪਾਈਆਂ, ਉਹ ਬੜੀਆਂ ਸੋਹਣੀਆਂ, ਜਿਨ੍ਹਾਂ ਨੂੰ ਤੱਕ ਤੱਕ ਕੇ
ਸੂਰਜ ਦੀਆਂ ਜਿਹੜੀਆਂ ਕਿਰਨਾਂ ਉਹ ਵੀ ਸੜਦੀਆਂ ਹਨ ਈਰਖਾ ਵਿੱਚ। ਸ੍ਰੀ ਸੋ ਸੀਸ ਸੋਭਿਅੰ ਆਪ ਜੀ ਦੇ ਸੀਸ ਦੇ ਉੱਪਰ ਸ੍ਰੀ ਨੋ ਕਲਗੀਰਾ ਹੁੰਦਾ ਹੈ। ਇਸੇ ਤਰ੍ਹਾਂ ਸਿਰ ਦੇ ਤਾਜ ਦਾ ਵੀ ਹੁੰਦਾ ਨਾ। ਆਪ ਜੀ ਦੇ ਸੀਸ ਤੇ ਬੜਾ ਸੋਹਣਾ ਤਾਜ ਸੋਭਦਾ ਹੈ, ਸੋਹਣੀ ਕਲਗੀ ਸੋਭਦੀ ਹੈ। ਘਟਾਕ ਬਾਨ ਉਭਿਅੰ ਹਾਂ, ਉਹ ਇਸ ਤਰ੍ਹਾਂ ਕਲਗੀ ਉੱਚੀ ਸੋਹਦੀ ਹੈ। ਘਟਾਕ ਬਾਨ ਉਭਿਅੰ, ਜਿਵੇਂ ਕਹਿੰਦੇ ਘਟਾਕ ਨੂੰ ਬੱਦਲਾਂ ਦੇ ਵਿੱਚ ਉਹ ਬਾਣ ਇੰਦਰ ਧਨਕ ਹੁੰਦਾ, ਉਭਿਅੰ ਕਿ ਉੱਚਾ ਹੁੰਦਾ ਨਾ ਇੰਦਰ ਧਨਕ। ਉਹ ਕਾਸ਼ੀ ਪੀਂਘੀ ਪਈ ਹੁੰਦੀ, ਉਹਨੂੰ ਇੰਦਰ ਧਨਕ ਪਿਆ ਕਹਿੰਦੇ ਨੇ। ਇਹ ਬੱਦਲਾਂ ਦੇ ਵਿੱਚ ਇੰਦਰ ਧਨਕ ਖੜੋਤਾ ਹੁੰਦਾ, ਇੰਦਰ ਧਨਕ ਪਿਆ ਦਿਸਦਾ ਹੁੰਦਾ। ਉਹ ਸਿਰ ਤੇ ਕਲਗੀ ਸੋਭਦੀ, ਸਿਰ ਤੇ ਸਾਜ ਸਜਦਾ ਹੈ। ਸੁਭੰਤ ਸੀਸ ਸਿਧਰੰ ਸਿਧਰੰ, ਇਸੇ ਤਰ੍ਹਾਂ ਆਪ ਜੀ ਦੇ ਸੀਸ ਤੇ ਸਿਧਰੋਂ ਦਾ ਮੁਕਟ ਹੈ। ਮੁਕਟ ਬੜਾ ਸੋਹਣਾ ਹੈ। ਜਲੰਤ ਸਿਧਰੀ ਨਿਰੰ, ਜਿਸ ਮੁਕਟ ਨੂੰ ਦੇਖ ਦੇਖ ਕੇ ਸਿਧਰੂ ਨਮੂਨੋ ਚੰਦਰਮਾ ਦਾ ਹੈ। ਜਿਹੜਾ ਚੰਦਰਮਾ ਉਹ ਵੀ ਸੜਦਾ ਮੱਚਦਾ ਈਰਖਾ ਨਾਲ। ਚਲੰਤ ਦੰਤ ਪਤਕੰ, ਤੇ ਆਪ ਜੀ ਦੇ ਸਰਗਣ ਰੂਪ ਨੂੰ ਦੇਖ ਕੇ ਪੈਰ ਵੀ ਡਰ ਵਿੱਚ ਦੈਂਤਾਂ ਦੀਆਂ ਜਿਹੜੀਆਂ ਪੰਗਤਾਂ ਹਨ, ਦੈਂਤਾਂ ਦੀਆਂ ਕਤਾਰਾਂ ਹਨ, ਉਹ ਚੱਲਦੀਆਂ ਹਨ, ਦੌੜਦੀਆਂ ਹਨ। ਦੰਤ ਨੂੰ ਦੈਂਤਾਂ ਦਾ, ਪੰਗਤ ਪਤਕਾਂ ਨੂੰ ਪੰਗਤੀਆਂ ਦਾ, ਲੈਣਾ ਦਾ, ਕਤਾਰਾਂ ਦਾ, ਉਹ ਚੱਲਦੀਆਂ ਹਨ। ਅੱਗੇ ਚੱਲਦੀਆਂ, ਅੱਗੇ ਨੂੰ ਭਜਦੀਆਂ ਹਨ। ਭਜੰਤ ਦੇਖ ਦੋ ਦਲੰ, ਤੇ ਆਪ ਦੇ ਸਰੂਪ ਨੂੰ ਦੇਖ ਕੇ ਜਿਹੜੇ ਦੋਵੇਂ ਦਲ ਹੈ ਉਹ ਵੀ ਭਜਦੇ, ਉਹ ਵੀ ਦੌੜਦੇ ਹਨ। ਤਜੰਤ ਸ਼ਸਤਰ ਅਸਤਰ ਕੰ, ਕਦੋਂ ਕਹਿੰਦੇ ਭਜਦੇ ਹਨ ਦੋਵੇਂ ਦਲ। ਤਜੰਤ ਸ਼ਸਤਰ ਅਸਤਰ ਕੰ, ਜਦੋਂ ਆਪਣੇ ਹੱਥ ਵਿੱਚੋਂ ਤੁਸੀਂ ਅਸਤਰ ਚਲਾਉਣੇ, ਤੀਰ ਚਲਾਉਣੇ ਹੈ, ਜਾਂ ਕੋਈ ਚੱਕਰ ਚਲਾਉਣੇ, ਜਾਂ ਕੋਈ ਗੋਲੀ ਚਲਾਉਣੇ। ਇਸੇ ਤਰ੍ਹਾਂ ਸ਼ਸਤਰ ਜਿਹੜਾ ਕੋਈ ਹੱਥ ਵਿੱਚ ਫੜ ਕੇ ਚਲਾਈਏ, ਤਲਵਾਰ, ਇਸੇ ਤਰ੍ਹਾਂ ਖੰਡਾ, ਗੁਰਜ ਵਗੈਰਾ, ਬਰਸ਼ਾ ਵਗੈਰਾ, ਇਹ ਹੱਥ ਵਿੱਚ ਫੜ ਕੇ ਚਲਾਈ ਦੇ। ਜਿਹੜੇ ਹੱਥ ਵਿੱਚ ਫੜ ਕੇ ਚਲਾਈਏ ਉਹ ਸ਼ਸਤਰ ਹੁੰਦੇ, ਜਿਹੜੇ ਹੱਥ ਤੋਂ ਛੱਡ ਕੇ ਚਲਾਈਏ ਉਹ ਅਸਤਰ ਹੁੰਦੇ। ਕਹਿੰਦੇ ਜਦੋਂ ਆਪ ਜੀ ਸ਼ਸਤਰ ਤੇ ਅਸਤਰ ਛੱਡਦੇ ਹੋ, ਚਲਾਉਂਦੇ ਹੋ, ਇਹ ਦੰਤਾਂ ਦੀਆਂ ਪੰਗਤੀਆਂ, ਬਾਕੀ ਵੀ ਜਿਹੜੇ ਹੋਰ ਦਲ ਦੁਲਝੇ ਦੇਵਤਿਆਂ ਦੇ ਹੋਣ ਜਾਂ ਦੁਸ਼ਟਾਂ ਦੇ ਹੋਣ, ਸਭ ਦੇਖ ਕੇ ਭਜਦੇ ਦੌੜਦੇ ਹਨ। ਚਲੰਤ ਚੱਕਰ ਚੌਦਸੰ, ਤੇ ਆਪ ਜੀ ਦਾ ਜਿਹੜਾ ਹੁਕਮ ਰੂਪੀ ਚੱਕਰ ਹੈ ਉਹ ਚਾਰੇ ਤਰਫੀ ਚੱਲਦਾ ਹੈ। ਅਗੰਮ ਤੇਜ ਸੋਭਿਅੰ, ਅਗੰਮ ਤੇਜ ਆਪ ਜੀ ਦਾ ਜਿਹੜਾ ਤੇਜ ਪ੍ਰਤਾਪ ਉਹ ਗਮਤਾ ਤੋਂ ਰਹੇ ਸੀ, ਬੇਅੰਤ ਬੇਅੰਤ ਸੋਭਦਾ ਹੈ। ਰਖੀਸ ਈਸ ਲੋਭਿਅੰ, ਜਿਸ ਤੇਜ ਪ੍ਰਤਾਪ ਦੀ ਸ਼ੋਭਾ ਨੂੰ ਦੇਖ ਦੇਖ ਕੇ ਜਿਹੜੇ ਮਹਾਰਿਖੀ ਉਹ ਵੀ ਲੁਭਾਏਮਾਨ ਹੁੰਦੇ। ਈਸ ਨੂੰ ਸ਼ਿਵ ਜੀ ਦਾ ਹੈ, ਈਸ ਨੂੰ ਵਿਸ਼ਨੂੰ ਦਾ ਹੈ। ਇਹ ਸਾਰੇ ਲੁਭਾਏਮਾਨ ਹੁੰਦੇ ਹਨ। ਅਨੇਕ ਵਾਰ ਧਿਆਵਹੀ, ਇਹ ਸਾਰੇ ਜਿਹੜੇ ਪਿੱਛੇ ਲਿਖੇ ਅਨੇਕਾਂ ਵਾਰੀ ਆਪ ਜੀ ਨੂੰ ਧਿਆਉਂਦੇ ਹਨ, ਭਾਵੇਂ ਨਾ ਤਤਰ ਪਾਰ ਪਾਵਹੀ, ਤਾਂ ਵੀ ਆਪ ਜੀ ਦੇ ਸਰੂਪ ਦਾ ਪਾਰਾਵਾਰ ਹੱਦ ਬੰਨਾ ਨਹੀਂ ਪਾਉਂਦੇ ਹਨ। ਅਦੋ ਸੋ ਧੂਮ ਧੂਮਹੀ, ਹਾਂ, ਕਈ ਆਪ ਜੀ ਦੇ ਸਰੂਪ ਨੂੰ ਤੱਕਣ ਵਾਸਤੇ ਅਦੋਂ ਕੀ ਉਲਟੇ ਹੋ ਕੇ
ਲੱਤਾਂ ਤਾਂਹ ਨੂੰ ਕਰਕੇ ਸਿਰ ਠਾਹ ਨੂੰ ਕਰਕੇ ਉਲਟੇ ਹੋ ਕੇ ਲੰਮਕ ਕੇ ਹੇਠਾਂ ਨੂੰ ਧੂਮ ਧੂਮੀ ਧੂਣੀਆਂ ਧੂਮ ਕੇ ਧੂਣੀਆਂ ਤਾਪਦੇ ਹਨ। ਭਾਵ ਇਸ ਤਰ੍ਹਾਂ ਜਿਹੜੀਆਂ ਪੰਜ ਧੂਣੀਆਂ ਤਪਾਉਂਦੇ ਹਨ। ਅਕੂਰ ਨੇਤਰ ਘੂਮਹੀ ਕਈ ਐਸੇ ਹਨ ਆਪ ਜੀ ਸਰੂਪ ਦੀ ਲਖਤਾ ਵਾਸਤੇ ਅਕੂਰ ਕੀਏ ਖੜੇ ਕਰਕੇ ਨੇਤਰਾਂ ਨੂੰ ਘੂਮੇ ਕੀਏ ਫਿਰਦੇ ਹਨ। ਸੋ ਪੰਜ ਅਗਨ ਸਾਧੀਆਂ ਕਈ ਜਿਹੜੇ ਪੰਜ ਤਰ੍ਹਾਂ ਦੀਆਂ ਅਗਨਾਂ ਰਾਹੀਂ ਜਿਹੜਾ ਤਪ ਸਾਧਦੇ ਹਨ ਉਹ ਚਾਰ ਧੂਣੀਆਂ ਤਾਂ ਚਾਰੇ ਤਰਫੀ ਲਾ ਲੈਣਗੀਆਂ। ਤੇਰ ਦੇ ਮਹੀਨੇ ਦਾ ਜਿਹੜਾ ਉੱਪਰਲਾ ਸੂਰਜ ਹੈ ਉਹ ਵੀ ਅੱਗ ਦੀ ਧੂਣੀ ਵਾਂਗ ਹੀ ਹੁੰਦਾ ਹੈ। ਇਸ ਕਰਕੇ ਉਹ ਵੀ ਉੱਪਰਲੀ ਜਿਹੜੀ ਧੁੱਪ ਹੈ ਅਗਲੀ ਅਗਲ ਹੈ ਉਹ ਪੰਜਵੀਂ ਹੋ ਗਈ। ਬਾਕੀ ਚਾਰੇ ਤਰਫੇ ਚਾਰ ਧੂਣੀਆਂ ਹੋ ਗਈਆਂ ਕਿ ਪੰਜ ਅਗਨਾਂ ਨੂੰ ਸਾਧਦੇ ਨੇ। ਪੰਜਾਂ ਅਗਨਾਂ ਰਾਹੀਂ ਤਪ ਸਾਧਦੇ ਹਨ। ਨਾ ਤਾਮ ਪਾਰ ਲਾਧੀਆਂ ਹਾਂ ਵੀ ਤੇਰਾ ਜਿਹੜਾ ਪਾਰਾਵਾਰ ਹਨ ਬੰਦਾ ਉਹਨਾਂ ਨੂੰ ਲੱਦਾ ਨਹੀਂ ਪ੍ਰਾਪਤ ਨਹੀਂ ਹੁੰਦਾ ਹੈ। ਨਿਵਲ ਆਦ ਕਰਮਣ ਕਿਉਂ ਜਿਹੜਾ ਨਿਵਲੀ ਆਦਿ ਕਰਮ ਉਹਨੂੰ ਕਰਦੇ ਹਨ। ਪੇਟ ਦੀ ਸਫਾਈ ਵਾਸਤੇ ਉਹ ਅੰਦਰਾਂ ਜੀਆਂ ਕੱਢ ਕੇ ਪਾਣੀ ਨਾਲ ਧੋ ਲੈਂਦੇ ਹਨ। ਅਨੰਤ ਦਾਨ ਧਰਮਨ ਅਨੇਕਾਂ ਤਰ੍ਹਾਂ ਦਾ ਜਿਹੜਾ ਦਾਨ ਕਰਨਾ ਹੈ ਕਿ ਇਹੀ ਧਰਮ ਕਰਦੇ ਹਨ ਪੁੰਨ ਕਰਦੇ ਹਨ। ਅਨੰਤ ਤੀਰਥ ਬਾਸਨ ਭਾਵੇਂ ਕਹਿੰਦੇ ਅਨੇਕਾਂ ਤੀਰਥਾਂ ਤੇ ਜਾ ਕੇ ਕੋਈ ਵਾਸਾ ਕਰ ਲੇ। ਕਿਤੇ ਗੰਗਾ ਤੇ ਕਿਤੇ ਜਮਨਾ ਕਿਤੇ ਗੋਦਾਵਰੀ ਕਿਤੇ ਪ੍ਰਯਾਗਰਾਜ ਅਨੇਕਾਂ ਤੀਰਥਾਂ ਤੇ ਵਾਸਾ ਕਰ ਲੈ। ਨਾ ਏਕ ਨਾਮ ਕੇ ਸਮੰ ਪਰ ਫਿਰ ਵੀ ਇਹ ਪਰਮੇਸ਼ਰ ਅਕਾਲ ਪੁਰਖ ਆਪ ਜੀ ਦਾ ਜਿਹੜਾ ਇੱਕ ਨਾਮ ਜਪਣਾ ਹੈ ਇਹਦੇ ਬਰਾਬਰ ਨਹੀਂ ਕੋਈ ਹੋ ਸਕਦਾ ਹੈ। ਨਾਮ ਜਪਣਾ ਆਪ ਜੀ ਦਾ ਸਭ ਤੋਂ ਮਹਾਨ ਹੈ। ਅਨੰਤ ਜਗੈ ਕਰਮਨ ਭਾਵੇਂ ਅਨੇਕਾਂ ਜਿਹੜੇ ਜਗ ਆਦਿਕ ਦੇ ਕਰਮ ਵੀ ਕਰ ਲਵੇ। ਗੁਜਾਦ ਆਦ ਧਰਮਨ ਹਾਥੀ ਆਦਿਕ ਦਾ ਦਾਨ ਕਰਨਾ ਇਹੀ ਧਰਮ ਕਬਰ ਕਰ ਲਵੇ। ਅਨੇਕ ਦੇਸ਼ ਭਰਮਣ ਇਸ ਤਰ੍ਹਾਂ ਡਾਂਗ ਤੇ ਡੇਰਾ ਜਾ ਕਰਕੇ ਅਨੇਕਾਂ ਦੇਸਾਂ ਵਿੱਚ ਥਾਵਾਂ ਵਿੱਚ ਭਰਮਦਾ ਫਿਰੇ। ਨਾ ਏਕ ਨਾਮ ਕੇ ਸਮੰ ਹਰਾ ਪਰਮੇਸ਼ਰ ਇੱਕ ਤੇਰੇ ਨਾਮ ਦੇ ਸਿਮਰ ਦੇ ਬਰਾਬਰ ਨਹੀਂ ਕੁਝ ਹੋ ਸਕਦਾ ਹੈ। ਤੇਰਾ ਨਾਮ ਦਾ ਸਿਮਰਨ ਸਾਰਿਆਂ ਤੋਂ ਮਹਾਨ ਹੈ। ਇਕੰਤ ਕੁੰਟ ਬਾਸਨ ਕਿਉਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਿਆ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਭਰਦੇ ਫਿਰੇ ਆਨ ਪ੍ਰਕਾਰ ਕੀਏ। ਯਤਨਾ ਪੁੰਨ ਦਾਨ ਹੋਮੇ ਬੋ ਰਤਨਾ श्री कटाए होमै कर राती बरत नेम करै वो भांति। अखीर से लिखा नहीं तुल राम नाम विचार नानक गुरुमुख नाम जपिया एक बार। ਜਿਹੜਾ ਗੁਰਾਂ ਦੁਆਰਾ ਇੱਕ ਵਾਰੀ ਮਨ ਦੀ ਇਕਾਗਰਤਾ ਸਹਿਤ ਨਾਮ ਜਪਣਾ ਹੈ। ਮਨ ਦੇ ਫੁਰਨਿਆਂ ਨੂੰ ਬੰਦ ਕਰਕੇ ਇੱਕ ਵਾਰੀ ਵੀ ਜਿਹੜਾ ਵਾਹਿਗੁਰੂ ਕਹਿਣਾ ਹੈ ਇਹਦੇ ਤੁਲਾ ना कोई जाप ना कोई ताप ना कोई जग ना कोई होम ये सब हेठा ਹਨ। ਇਕੰਤ ਕੁੰਟ ਬਾਸਨ ਹਾਂ ਭਾਵੇਂ ਅਨੇਕਾਂ ਅਨੰਤ ਕੀ ਇਕਾਂਤ ਹੋ ਕੇ ਉਹ ਪਾਸੇ ਹੋ ਕੇ ਜਿਹੜੀਆਂ ਪਹਾੜਾਂ ਦੀਆਂ ਗੁਫਾਵਾਂ ਹਨ ਉਹਦੇ ਵਿੱਚ ਵੀ ਜਾ ਵਸੇ। ਪਰਮੰਤ ਕੋਟਕੰ ਬਨੰ ਭਾਵੇਂ ਕਰੋੜਾਂ ਜੰਗਲਾਂ ਵਿੱਚ ਵੀ ਫਿਰਦਾ ਰਹੇ। ਉਚਾਟ ਨਾਦ ਕਰਮਨ ਜਿਵੇਂ ਕਿਸੇ ਨੂੰ ਉਚਾਟਨ ਆਦ ਕਰਮਨ ਇਹ ਨੰਨੇ ਦੇ ਵਿੱਚੋਂ ਆੜਾ ਨਿਕਲਿਆ ਉਚਾਟਨ ਆਦ ਕਰਮਨ ਬਣ ਜਾਏਗਾ। ਕੋਈ ਕਿਸੇ ਤੇ ਉਹ ਪ੍ਰਭਾਵ ਜਿਹਾ ਪਾ ਕੇ ਉਹਨੂੰ ਉਚਾਟ ਲਾ ਦਿੰਦੇ ਤਰਫਣੀ ਜੀ ਲਾ ਦਿੰਦੇ ਹੁੰਦੇ ਵਸ ਕਰਨ ਵਾਸਤੇ।
ਜਾਂ ਮਾਰਨ ਵਾਸਤੇ ਜਿਹੜਾ ਕੋਈ ਉਚਟ ਨਾਲਕ ਦਾ ਕਰਮ ਹੈ, ਕਿਸੇ ਨੂੰ ਬਸ ਕਰਨਾ ਜਾਂ ਕੋਈ ਮਾਰਨ ਵਾਸਤੇ ਕਰਦੇ ਹਨ। ਅਨੇਕ ਉਦਾਸ ਭਰਮਨ ਹੋਰ ਅਨੇਕਾਂ ਕਹਿੰਦੇ ਥਾਵਾਂ ਤੇ ਉਪਰਾਮਜਾ ਹੋ ਕੇ ਉਦਾਸੀ ਹੋ ਕੇ ਉਹ ਭਰਮੇ ਫਿਰੇ। ਅਨੇਕ ਭੇਖ ਆਸਨ ਅਨੇਕਾਂ ਤਰ੍ਹਾਂ ਦੇ ਭੇਖ ਧਾਰਨ ਕਰ ਲਏ, ਅਨੇਕਾਂ ਤਰ੍ਹਾਂ ਦੇ ਆਸਣ ਜੇ ਲਾਉਣੇ ਵੀ ਸਿੱਖ ਲਏ। ਪਦਾਸਨ ਲਾਉਣਾ, ਸਿੱਧ ਆਸਣ ਲਾਉਣਾ, ਕਪਾਲੀ ਆਸਣ ਲਾਉਣਾ, ਇਹ ਸਾਰੇ ਭੇਖ ਆਸਨਾਂ ਨੂੰ ਵੀ ਭਾਵੇਂ ਸਿੱਖ ਲਵੇ। ਕਰੋੜ ਕੋਟਕੰ ਬ੍ਰਤੰ ਕਰੋੜਾਂ ਵਾਰੀ ਕਰੋੜਾਂ ਤਰ੍ਹਾਂ ਦੇ ਜਿਹੜੇ ਕੋਈ ਵਰਤ ਹੈ ਉਹ ਵੀ ਭਾਵੇਂ ਰੱਖ ਲੈਣਾ ਕਰੇ। ਦਿਸ਼ਾ ਦਿਸ਼ਾ ਪਰਮੇਸ਼ਨੰ ਤੇ ਦਸੋ ਦਿਸ਼ਾ ਦੇ ਵਿੱਚ ਹੀ ਭਰਮਣਾ ਫਿਰੇ, ਹਰ ਪਾਸੇ ਭਾਵੇਂ ਘੁੰਮਦਾ ਫਿਰੇ। ਅਨੇਕ ਭੇਖ ਭੇਖ ਭੇਖਨੰ ਅਨੇਕਾਂ ਜਿਹੜੇ ਭੇਖਾਂ ਨੇ, ਭੇਖ ਹੈ, ਪੰਥ ਹੈ, ਉਹ ਖੱਡ ਭੇਖ ਹੈ। ਉਹ ਸੰਨਿਆਸੀ ਤੇ ਦਰਵੇਸ਼ ਇਸ ਤਰ੍ਹਾਂ ਛੇ ਭੇਖ ਮੰਨੇ। ਇਹਨਾਂ ਅਨੇਕਾਂ ਪੰਥਾਂ ਵਿੱਚ ਵੀ ਭਾਵੇਂ ਅਨੇਕ ਭੇਖ ਆਸਨ ਭੇਖਨ, ਅਨੇਕਾਂ ਪੰਥਾਂ ਨੂੰ ਵੀ ਵੇਖ ਲਵੇ। ਕਰੋੜ ਕੋਟ ਦਾਨਕੰ ਕਰੋੜਾਂ ਵਾਰੀ ਕਰੋੜਾਂ ਤਰ੍ਹਾਂ ਦਾ ਵੀ ਦਾਨ ਕਰੇ। ਅਨੇਕ ਜਗ੍ਯ ਕਰਤੱਵਯੰ ਅਨੇਕਾਂ ਤਰ੍ਹਾਂ ਦੇ ਜਿਹੜੇ ਜਗ ਦੇ ਕਰਤੱਵ ਹੈ, ਕਿਤੇ ਸਮੇਤ ਜਗ ਦਾ ਕਰਤੱਵ, ਕਿਤੇ ਗਊਮੇਦ ਦਾ ਜਗ ਦਾ ਕਰਤੱਵ, ਕਿਤੇ ਗੈਂਡਾ ਮਾਰ ਹੋਮ ਜਗੀ ਦਾ ਕਰਤੱਵ, ਅਨੇਕਾਂ ਜਿਹੜੇ ਕੋਈ ਜਗਾਦਿਕ ਦੇ ਕਰਤੱਵ ਵੀ ਕਰੇ। ਸੰਨਿਆਸ ਆਦਿ ਧਰਮਨੰ ਸੰਨਿਆਸੀ ਆਦਿਕਾਂ ਦਾ ਧਰਮ ਹੈ ਉਹ ਵੀ ਧਾਰਨ ਕਰ ਲਵੇ, ਸਭ ਕੋਈ ਦਾ ਪਰਿਤਿਆਗ ਕਰ ਦੇਵੇ। ਉਦਾਸ ਨਾਮ ਕਰਮਨੰ ਇਸੇ ਤਰ੍ਹਾਂ ਉਦਾਸੀਆਂ ਦੇ ਜਿਹੜੇ ਕੋਈ ਕਰਮ ਹੈ ਉਹ ਵੀ ਕਰੇ। ਉਦਾਸੀ ਨਾਮ ਰਖਾ ਕੇ ਉਦਾਸੀਆਂ ਵਾਲੇ ਕਰਮ ਕਰੇ, ਉਪਰਾਮਤਾ ਵਾਲੇ ਕਰਮ ਕਰੇ। ਅਨੇਕ ਪਾਠ ਪਾਠਨ ਮਹਾਰਾਜ ਕਹਿੰਦੇ ਭਾਵੇਂ ਅਨੇਕਾਂ ਤਰ੍ਹਾਂ ਦੇ ਜਿਹੜੇ ਪਾਠ ਹੈ ਉਹਨੂੰ ਵੀ ਪਾਠ ਨੂੰ ਕੀ ਪੜ੍ਹ ਲੈਣਾ ਕਰੇ। ਅਨੇਕਾਂ ਤਰ੍ਹਾਂ ਦੇ ਪਾਠ ਜੇ ਕਰ ਲਵੇ। ਅਨੰਤ ਠਾਟ ਠਾਟਨ ਅਨੇਕਾਂ ਤਰ੍ਹਾਂ ਦੇ ਬੇਅੰਤ ਬੇਅੰਤ ਜਿਹੜੇ ਠਾਠ ਬੈਠ ਉਹ ਵੀ ਭਾਵੇਂ ਠੱਠ ਨੂੰ ਕੀ ਬਣਾ ਬਣੂ ਲਵੇ। ਨਾ ਏਕ ਨਾਮ ਕੇ ਸਮੰ ਪਰ ਮਹਾਰਾਜ ਕਹਿੰਦੇ ਇਹ ਪਰਮੇਸ਼ਰ ਇੱਕ ਤੇਰੇ ਨਾਮ ਸਿਮਰਨ ਦੇ ਬਰਾਬਰ ਨਹੀਂ ਹੋ ਸਕਦੇ। ਸਿਮਰਨ ਵਾਲਾ ਸਭ ਤੋਂ ਮਹਾਨ ਹੁੰਦਾ ਹੈ। ਸਮਸਤ ਸ੍ਰਿਸ਼ਟ ਕੇ ਭ੍ਰਮੰ ਹੋਏ ਸਾਰੀ ਤ੍ਰਿਟੀ ਦੇ ਫਿਰਨਾ ਕਰੇ। ਜਗਾਦ ਆਦ ਧਰਮਨ ਜਗ ਆਦਿਕ ਦੇ ਜਿਹੜੇ ਧਰਮ ਹੈ ਉਹ ਵੀ ਕਰੇ। ਜਾਂ ਜੁਗਾਦ ਜਿਹਨੂੰ ਕਲਾ ਕੇ ਜੁਗਾਦਿਕਾਂ ਦੇ ਜਿਹੜੇ ਧਰਮ ਹੈ ਸਰਜਗ ਸਤਿਤਾ ਜਗੀ ਦੁਆਪਰ ਪੂਜਾ ਚਾਰ तीनों जग जीनो ਜਿਹੜੇ ਕਰ ਕੇਵਲ ਨਾਮ ਆਧਾਰ। ਇਹ ਜੁਗਾਦਿਕਾਂ ਦੇ ਜਿਹੜੇ ਧਰਮ ਹੈ ਉਹਨਾਂ ਨੂੰ ਵੀ ਭਾਵੇਂ ਕਰ ਲਵੇ। ਬੈਰਾਗ ਆਦ ਕਰਮਨ ਹੋਰ ਬੈਰਾਗ ਆਦਿਕ ਉਪਰਾਮਤਾ ਧਰਨ ਰੂਪ ਜਿਹੜਾ ਕਰਮ ਉਹ ਵੀ ਕਰ ਲੈ। ਉਪਰਾਮ ਹੋ ਕੇ ਦੇਰਾ ਛੱਟ ਰਤਨ ਕਰੇ ਕਿਤੇ ਟਿਕੇ ਬਣਾ। ਦਇਆਦ ਆਦ ਕਾਮਣ ਹੋਰ ਦਇਆਦਿਕ ਜੀਆਂ ਤੇ ਕਰੇ ਜਾਂ ਕਰੇ ਲੋਕਾਂ ਨੂੰ ਮਗਰ ਲਾਉਣ ਵਾਸਤੇ ਕੰਮ ਟੂਣੇ ਟਾਂਬੜ ਵੀ ਕਰਦਾ ਫਿਰੇ, ਹਥੌਲੇ ਵੀ ਕਰਦਾ ਫਿਰੇ। ਅਨਾਦ ਸੰਜਮੰ ਬ੍ਰਿੰਦੰ ਇਸੇ ਤਰ੍ਹਾਂ ਜਿਹੜਾ ਕੋਈ ਅਨਾਦਿਕ ਦਾ ਸੰਜਮ ਹੈ, ਨਿਜਮ ਹੈ ਵੀ ਮੈਂ ਨਹੀਂ ਇਹ ਖਾਣਾ। ਅਨਾਦਿਕ ਇਹ ਸਗੋਂ ਦਾਲ ਵਗੈਰਾ ਛੱਡ ਲੈਣੀ ਹੈ, ਸਬਜ਼ੀ ਛਕ ਲੈਣੀ ਹੈ, ਦੁੱਧ ਪੀ ਲੈਣਾ ਹੈ। ਅਨਾਦਿਕ ਦੇ ਖਾਣ ਦਾ ਜਿਹੜਾ ਕੋਈ ਬਹੁਤਾ
ਜਿਹੜਾ ਕੋਈ ਬ੍ਰਿੰਦ ਕੀ ਬ੍ਰਿੰਦਾਂ ਕੀ ਬ੍ਰਿੰਦ ਬਹੁਤਾ ਹੀ ਇਹ ਸੰਜੋ ਜਾ ਰੱਖੇ ਨਿਜੋ ਰੱਖੇ ਅਨੇਕ ਦੇਸ਼ ਭਰਮਣ ਔਰ ਅਨੇਕਾਂ ਥਾਵਾਂ ਵਿੱਚ ਅਨੇਕਾਂ ਦੇਸ਼ਾਂ ਇਲਾਕਿਆਂ ਵਿੱਚ ਭਰਮਦਾ ਫਿਰੇ ਡਾਂਗ ਤੇ ਡੇਰੇ ਹੀ ਰੱਖੇ ਕਿਤੇ ਖੜੇ ਹੀ ਨਾ ਕਰੋੜ ਦਾਨ ਸੰਜਮ ਤੇ ਕਰੋੜਾਂ ਤਰ੍ਹਾਂ ਦਾ ਦਾਨ ਕਰਨ ਦਾ ਭਾਵੇਂ ਸੰਜਮ ਕੀਏ ਨੇਮੀ ਵੀ ਹੋ ਜਾਏ ਵੀ ਅੱਜ ਆਹ ਦਾਨ ਕਰਨਾ ਕੱਲ ਨੂੰ ਉਹ ਕਰਨਾ ਪਰਸੋਂ ਨੂੰ ਉਹ ਔਰ ਰੋਜ਼ ਦੀ ਰੋਜ਼ ਨਵੇਂ ਤੋਂ ਨਵੇਂ ਦਾਨ ਕਰਨ ਦਾ ਵੀ ਨੇਮੀ ਹੋ ਜਾਏ ਅਨੇਕ ਗੀਤ ਗਿਆਨਨ ਅਨੇਕਾਂ ਤਰ੍ਹਾਂ ਦੇ ਜਿਹੜੇ ਕੋਈ ਗੀਤਾ ਆਦਿਕ ਉਹਨਾਂ ਦੇ ਗਿਆਨ ਵੀ ਸਿੱਖ ਲਵੇ ਜਾਣ ਲਵੇ ਅਨੰਤ ਗਿਆਨ ਧਿਆਨਨ ਅਨੇਕਾਂ ਤਰ੍ਹਾਂ ਦਾ ਜਿਹੜਾ ਧਿਆਨ ਲਾਉਣਾ ਉਹਦਾ ਵੀ ਭਾਵੇਂ ਗਿਆਨ ਕੀ ਜਾਣੂ ਹੋਵੇ ਉਹਦਾ ਵੀ ਗਿਆਨ ਹੋ ਜਾਵੇ ਇਸ ਨੂੰ ਅਨੰਤ ਗਿਆਨ ਸੁਤਮ ਇਸੇ ਤਰ੍ਹਾਂ ਅਨੇਕਾਂ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਕੇ ਸੋ ਉੱਤਮ ਹੋ ਜਾਵੇ ਅਨੇਕ ਕ੍ਰਿਤ ਸੋ ਬ੍ਰਿਤੰ ਅਨੇਕਾਂ ਤਰ੍ਹਾਂ ਦਾ ਜਿਹੜਾ ਕਰਮ ਹੈ ਉਹਦੇ ਵਿੱਚ ਵੀ ਭਾਵੇਂ ਬਿਰਤੋਂ ਕੀਏ ਵਰਤੇ ਵਿਆਸ ਨਾਰਦ ਆਦਿਕੰ ਭਾਵੇਂ ਵਿਆਸ ਆਦਿਕ ਹੋਵੇ ਭਾਵੇਂ ਨਾਰਦ ਆਦਿਕ ਹੋਵੇ ਸੋ ਬ੍ਰਹਮ ਮਰਮ ਨਹਿ ਲਹੰ ਮਹਾਰਾਜ ਕਹਿੰਦੇ ਸਾਰੇ ਜੋ ਪਿੱਛੇ ਕਥਨ ਕੀਏ ਬ੍ਰਹਮ ਦਾ ਇਹ ਮਰਮ ਕੀਏ ਭੇਦ ਨਹੀਂ ਜਾਣ ਸਕੇ ਅਤੇ ਨਾ ਜਾਣ ਸਕਦੇ ਹਨ ਕਰੋੜ ਜੰਤਰ ਮੰਤਰਣ ਇੱਕ ਨਹੀਂ ਦੋ ਨਹੀਂ ਕਰੋੜਾਂ ਜੰਤਰ ਵੀ ਤਾਗੇ ਕਰੋੜਾਂ ਤਰ੍ਹਾਂ ਦੇ ਮੰਤਰ ਜੇ ਪੜਾ ਲਵੇ ਅਨੰਤ ਤੰਤਰਣ ਬਣੰ ਨਾ ਇਸੇ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਜਿਹੜੇ ਤੰਤਰ ਹੈ ਟੂਣੇ ਟਾਮਣ ਜੇ ਵੀ ਉਹ ਬਣਾ ਲਵੇ ਕਰ ਲਵੇ ਵਿਸ਼ੇਖ ਵਿਆਸ ਨਾਸਨ ਵਿਸ਼ੇਸ਼ ਕਰਕੇ ਜਿਹੜਾ ਵਿਆਸ ਦਾ ਆਸਨ ਹੈ ਵਿਆਸ ਗੱਦੀ ਹੈ ਜਿਵੇਂ ਜਿੱਥੇ ਆ ਕੋਈ ਸਾਧੂ ਬੈਠ ਕੇ ਪ੍ਰਚਾਰ ਕਰਦੇ ਹੁੰਦੇ ਉੱਚੀ ਗੱਦੀ ਲਾਈ ਹੁੰਦੀ ਹੈ ਤੇ ਉਹਨੂੰ ਵਿਆਸ ਗੱਦੀ ਕਹਿੰਦੇ ਹੈ ਜਿੰਨਾ ਚਿਰ ਉਹਦੇ ਬੈਠ ਕੇ ਵਿਦਵਾਨ ਬੋਲੂਗਾ ਔਰ ਕਹਿਣਗੇ ਵਿਆਸ ਗੱਦੀ ਤੇ ਵਿਰਾਜਮਾਨ ਹੈ ਅੰਮ੍ਰਿਤਸਰ ਕਈ ਵਾਰੀ ਵਿਦਾਂਤ ਸੰਮੇਲਨ ਹੁੰਦਾ ਸੀ ਤੇ 15 ਦਿਨ ਉਹਦੇ ਵਿੱਚ ਬਾਹਰੋਂ ਵੀ ਬੜੇ ਤਗੜੇ ਵਿਦਵਾਨ ਆਉਂਦੇ ਹੁੰਦੇ ਸੀ ਜਿਹੜਾ ਸਾਲ ਭਰ ਉਹਨਾਂ ਨੇ ਕੋਈ ਪੜ੍ਹਾ ਕੇ ਮਿਹਨਤ ਕੀਤੀ ਮੱਥਾ ਮਾਰਿਆ ਫਿਰ ਉੱਥੇ ਆ ਕੇ ਆਪਣੇ ਸਾਲ ਭਰ ਦੀਆਂ ਕਸਰਾਂ ਕੱਢਦੇ ਹੁੰਦੇ ਕਈ ਜਿਹੜੇ ਸਿਆਣੇ ਵਿਦਵਾਨ ਹੈ ਉਹ ਸਾਲ ਭਰ ਦਾ ਜਿਹੜਾ ਉਹਨਾਂ ਨੇ ਮੱਥਾ ਮਾਰਿਆ ਨਾ ਉਹਨੂੰ ਲੈਣ ਵਾਸਤੇ ਉੱਥੇ ਜਾ ਬਹਿੰਦੇ ਫਿਰ ਸਾਲ ਭਰ ਉਹਨਾਂ ਨੂੰ ਮੌਜ ਲੱਗੀ ਰਹਿੰਦੀ ਮੌਜ ਨਾਲ ਗਿਆਨ ਕਥਨ ਕਰੀ ਜਾਂਦੇ ਉਹ ਕਿਸੇ ਦਾ ਮੱਥਾ ਮਾਰਿਆ ਉੱਥੇ ਸੁਣਾ ਕੇ ਆ ਜਾਣਾ ਫੁੱਟਨੋਟ ਜੇ ਨੋਟ ਕਰ ਲੈਣੇ ਸੁਣਾਈ ਜਾਣਾ ਅਗਲੇ ਨੇ ਕਹਿਣਾ ਵੀ ਬੜਾ ਵਿਦਵਾਨ ਹੈ ਇਹ ਨਹੀਂ ਪਤਾ ਵੀ ਉੱਥੋਂ ਆਇਆ 15 ਦਿਨ ਸੁਣ ਕੇ ਉਹ ਇਸ ਤਰ੍ਹਾਂ ਵੀ ਕਈ ਕਰ ਖਿਲਾ ਲੈਂਦੇ ਇਸ ਤਰ੍ਹਾਂ ਜਿਹੜੀਆਂ ਵਿਆਸ ਆਦਿਕ ਦੀਆਂ ਗਦੀਆਂ ਉਹਨਾਂ ਤੇ ਵੀ ਵਿਸ਼ੇਸ਼ ਕਰਕੇ ਬੈਠ ਕੇ ਵਿਆਖਿਆ ਕਾਰਜਾ ਬਣ ਜਾਵੇ ਅਨੰਤ ਨਿਆਸ ਪ੍ਰਨਾਸਨ ਗਿਆਨਤਰਾਂ ਦਾ ਜਿਹੜਾ ਕੋਈ ਪ੍ਰਸ਼ਨ ਕੀ ਭੋਜਨ ਖਾਣਾ ਹੈ 36 ਪ੍ਰਕਾਰ ਦਾ ਭੋਜਨ ਖਾਣਾ ਇਹਦਾ ਵੀ ਨਿਆਸ ਕੀ ਤਿਆਗ ਕਰ ਦੇਵੇ ਇਹ ਬਿਲਕੁਲ ਨਾ ਖਾਵੇ ਜਪੰਤ ਦੇਵ ਦੈਤਨ ਪਰ ਫਿਰ ਵੀ ਉਹ ਪਰਮੇਸ਼ਰ ਦਾ ਅੰਤ ਨਹੀਂ ਆਏਗਾ ਇੰਨਾ ਕੁਝ ਕਰਨ ਦੇ ਉਸਦੇ ਤਾਈਂ ਦੇਵਤੇ ਵੀ ਦੈਤ ਵੀ ਜਪੰਤ ਕੀਏ ਜਪਦੇ ਹਨ ਪੰਤ ਜਛ ਗੰਧਰਵੰ ਕਿਉਂਕਿ ਜਿਹੜੇ ਕਬੀਰ ਦੇ ਸੇਵਕ ਜਛ ਉਹ ਵੀ ਉਹਨੇ ਥਾਪੇ ਹਨ ਦੇਵਤਿਆਂ ਦੀ ਸਭਾ ਵਿੱਚ ਬੈਠ ਕੇ ਜਿਹੜੇ ਕੀਰਤਨ ਕਰਨੇ ਆ ਗੰਧਰਵ ਰਾਗੀ ਹਨ ਇਹ ਵੀ ਉਹਨੇ ਥਾਪੇ ਹਨ ਵਿਦੰਤ ਵਿਦਣੋ ਤਰੰ ਜਿਹੜੇ ਵਿਦਿਆ ਧਰ ਦੇਵਤੇ ਹੈ ਉਹ ਵੀ ਉਸਦਾ ਜਿਹੜਾ ਜਸ ਹੈ ਵਿਦੰਤ ਕੀਏ ਕਥਨ ਕਰਦੇ ਹਨ ਗਣੰਤ ਸ਼ੇਸ਼ ਉਰਗਣ ਜਿਹੜਾ ਗਣਾਂਸ ਕੀਏ ਗਣੇਸ਼ ਹੈ ਸ਼ੇਸ਼ ਨਾਗ ਹੈ
ये सारे जड़े वाशक नाग तशक नाग आदि गुरुओं की ये सप है, सारे उसे दा जाप कर रहे हैं। जपंत पार वारियं हाँ पारा वार तो रह इसे दा पारले पासे दा त्योरले पासे दा पेट लैण वास्ते जपदे हन सनाम। समुंदर सप्त धारण या पारले पासे दे त्योरले पासे दे भी जपदे समुंदर शब्द धारियां। इसे तरह ਜਿਹੜੇ ਸਰ ਸਮੁੰਦਰ ਹੈ ਉਹਨਾਂ ਦੀਆਂ ਧਾਰਾਂ ਵਿੱਚ ਰਹਿਣ ਵਾਲੇ ਸਮੁੰਦਰ ਸੱਤਾ ਸਮੁੰਦਰਾਂ ਨੂੰ ਆਪਣੇ ਅਸਰਤ ਰੱਖਣ ਵਾਲੇ ਜਿਹੜੇ ਮਹਾਨ ਬਲੀ ਉਹ ਵੀ ਜਪਦੇ ਹਨ। ਜਨੰਤ ਚਾਰ ਚੱਕਰਨ ਜਨੰਤਰ ਚਾਰ ਚੱਕਣ ਚਾਰੇ ਚੱਕਾਂ ਵਿੱਚ ਉਹ ਜਾਣਿਆ ਜਾਂਦਾ ਹੈ। ਧਰਮੰਤ ਚੱਕਰ ਬਕਰਨ ਇਸ ਤਰ੍ਹਾਂ ਉਹ ਹੁਕਮ ਰੂਪੀ ਜਿਹੜਾ ਢਿੱਡਾ ਚੱਕਰ ਉਹਨੂੰ ਧਾਰਨ ਵਾਲਾ ਹੈ। ਜਪੰਤ ਪੰਨਗੰ ਨਕੰ ਹਾਂ ਇਸੇ ਤਰ੍ਹਾਂ ਉਹਨੂੰ ਜਪਦੇ ਪਨਗੰ ਸੱਪ ਵੀ ਉਹਨੂੰ ਜਪਦੇ ਨਕੰ ਕੀਏ ਤੰਦੂਏ ਵੀ। ਵਰੰ ਨਰੰ ਬਨਸਪਤੰ ਹੋਰ ਤਾਂ ਹੋਰ ਕੀ ਜਿੰਨੀ 18 ਭਾਰ ਬਨਾਸਤੀ ਉਹ ਵੀ ਵਰਨਰੰ ਵਰਣਨ ਕਰਦੀ ਹੈ ਕਥਨ ਕਰਦੀ ਉਸਦਾ ਜਸ ਕਥਨ ਕਰਦੀ ਹੈ। ਆਕਾਸ਼ ਉਰਬਿਯੰ ਜਲੰ आकाश भी उर्बियों की है धरती भी ते जल भी। ਜਪੰਤ ਜੀਵ ਜਲ ਥਲੰ कल की जिन्ने जलां थलां विच जीव रहन वाले सब उसदा जाप जपदे। ਸੁਕੋਟ ਚੱਕਰ ਬਕਰ ਤਣਨ हाँ करोड़ां जेड़े कोई ब्रह्मा चार मूहां वाले चक्कर चार बकर तरण मूंह दा चार मूहां वाले करोड़ां जेड़े ब्रह्मे हन। ਬਦੰਤ ਵੇਦ ਚੱਕਰਤੰ हाँ चित्रकम ਚਤਰਕੰ हाँ चारे वेदां नूं अपने मुख नाल कथन कर रहे हन। ਅਸੰਭ ਅਸੰਭ ਮਾਨੀਐ असंभ की ਜਿਹੜਾ शिव जी है वो भी असंभ की आश्चर्य स्वरूप ਨੂੰ ਮੰਨਦਾ ਹੈ। ਕਰੋੜ ਵਿਸ਼ਨ ਠਾਨੀਐ ਕਰੋੜਾਂ ਜਿਹੜੇ ਵਿਸ਼ਨੂੰ ਹੈ ਉਹ ਵੀ ਉਹਦਾ ਜਸ ਕੀਏ ਖਾਨੀਏ ਕਰ ਰਹੇ ਹਨ। ਅਨੰਤ ਸੁਰਸੁਤੀ ਸਤੀ ਬੇਅੰਤ ਜਿਹੜੀ ਉਹ ਬ੍ਰਹਮਾ ਦੇ ਘਰ ਵਾਲੀ ਸਰਸਤੀ ਹੈ ਵਿਦਿਆ ਦੀ ਦਾਤੀ ਹੈ। शिव जी ਦੀ ਘਰ ਵਾਲੀ ਜਿਹੜੀ ਸਤੀ ਪਾਰਵਤੀ ਹੈ। ਬਦੰਤ ਕ੍ਰਿਤ ਈਸ਼ਵਰੀ ਹਾਂ ਉਹਦੀ ਜਿਹੜੀ ਕੀਰਤੀ ਹੈ ਈਸ਼ਵਰੀ ਜਿਹੜੀ ਹੈ ਆ ਦੁਰਗਾ ਹੈ ਉਹ ਵੀ ਕਹਿੰਦੇ ਕਥਨ ਕਰਦੀ ਹੈ। ਅਨੰਤ ਅਨੰਤ ਭਾਖੀਐ ਸਾਰੇ ਪਰਮੇਸ਼ਰ ਬੇਅੰਤ ਅੰਤ ਰਹਿਤ ਐਸੇ ਐਸੇ ਕਹਿੰਦੇ ਹੈ। ਅਨੰਤ ਅੰਤ ਲਾਖੀਐ ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਅਨੰਤ ਸਰੂਪ ਹੈ ਉਹਦਾ ਜਿਹੜਾ ਅੰਤ ਹੈ ਉਹ ਲਾਖੀਆ ਲਿਖਣ ਵਾਸਤੇ ਬੇਅੰਤਨ ਉਹਦਾ ਅੰਤ ਲਿਖਣ ਵਾਸਤੇ ਲਾਖੀਆ ਲਿਖਣ ਵਾਸਤੇ ਕਹਿੰਦੇ ਹਨ ਪਰ ਉਹਦਾ ਅੰਤ ਕੋਈ ਜਾਣ ਨਹੀਂ ਸਕਦਾ ਹੈ। ਐਸਾ ਵਾਹਿਗੁਰੂ ਪਰਮੇਸ਼ਰ ਮਹਾਨ ਤੋਂ ਮਹਾਨ ਹੈ। ਇਹ ਹੈ ਉਹ ਗਿਆਨ ਸਰੂਪ ਦਾ ਮਹਾਨ ਗਿਆਨ। ਇਹ ਗਿਆਨ ਪ੍ਰੋਧ ਗ੍ਰੰਥ ਦੇ ਵਿੱਚ ਗੁਰੂ ਮਹਾਰਾਜ ਨੇ ਕਥਨ ਕੀਤਾ ਹੈ। ਇੱਥੇ ਜਿਹੜਾ ਨਿਰਾਜ ਛੰਦ ਸੰਪੂਰਨ ਹੋ ਗਿਆ। ਇਸ ਤੋਂ ਅੱਗੇ ਬਿਰਧ ਨਿਰਾਜ ਛੰਦ ਉਸ ਵਿੱਚ ਜਿਵੇਂ ਵਾਹਿਗੁਰੂ ਦਾ ਜਿਹੜਾ ਗਿਆਨ ਆਪ ਜੀ ਨੇ ਬਖਸ਼ਿਆ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਕਰ ਲਵਾਂਗੇ ਜੀ। ਅਨੰਤ ਸੁਰਸੁਤੀ ਸਤੀ ਬਦੰਤ ਕ੍ਰਿਤ ਈਸ਼ਵਰੀ ਅਨੰਤ ਅਨੰਤ ਭਾਖੀਐ ਅਨੰਤ ਅੰਤ ਲਾਖੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे आचित हे पार ब्रह्म अविनाशी अगनाश
हे पूरन हे सर्वमय दुख पंजन गुणतास, हे संगी हे निरंकार, हे निर्गुण सबटे, हे गोविंद हे गुण निदान, जांके सदा भवे, हे अपरंपर हर हरे, है पी हो बनहार, हे संतां का सदा संग, निदाराय आधार, हे ठाकुर हाँ दासरो, मैं निर्गुण गुण नहीं कोय, नानक दीजै नाम दान, राखो हियै परो, आए प्रभ शरणागति, कृपा निध दयाल, एक अखर हर मन वसत, नानक होत निहाल, वाहिगुरु नाम जहाज है, चढ़े सो तरे पार, जो सरदा कर सेवंदे, गुरु पारे उतारन हार, जो सरदा कर सेवंदे, गुरु पारे उतारन हार, ठाकुर तुम है अरदास, दियो